ਸਾਹਿਬ ਜੀ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਉਹ ਅਬਨਾਸ਼ੀ ਪੁਰਖ ਹੈ, ਸਭ ਮੈਂ ਰਹਾ ਸਮਾਏ। ਮਹਿਮਾ ਕਹੀ ਨਾ ਜਾਏ, ਗੁਰ ਸਮਰੱਥ ਦੇਵ। ਗੁਰ ਪਾਰ ਬ੍ਰਹਮ ਪਰਮੇਸ਼ਰ, अपरंपर अलख अभेव। गुर पार ब्रह्म परमेश्वर, अपरंपर अलख अभेव। जुग जुग अटल तन तन साहिब सतगुरु श्री गुरु ग्रंथ साहिब सच्चे पातशाह जी दी मुकद्दस हजूरी अंदर हाजरीन, गुरु शब्द दे आशक, गुरमत ज्ञान दे चाहवान वडभागी सत संगी प्यारे हो। आओ सब तो पहला साहिब सतगुरु गुरु कलगीधर पातशाह महाराज जी दी बख्शिश कीती हुई फतेह दी सांझ पाइए। आखो जी वाहिगुरु जी का खालसा, वाहिगुरु जी की फतेह। सतगुरु गुरु रामदास महाराज जी का पावन पवित्र प्रकाश पुरब आप गुरु प्यारियां संगतां शरदा भावना दे नाल मना रही हो। आप संगतां नूं सतगुरु जी दे पावन प्रकाश पुरब दी दास वल्लों लख लख वधाई होवे। गुरु प्यारी साध संगत जी, जदों आपां किसे नूं याद करदे हां, उहदा कारण की है? किसे दा बर्थडे सैलीब्रेट करिए ਜਾਂ ਕਿਸੇ ਦੇ ਸੰਸਾਰ ਤੋਂ ਜਾਣ ਦੇ ਬਾਅਦ ਵਿੱਚ ਆਪਾਂ ਨੂੰ ਯਾਦ ਕਰੀ, ਕਿਉਂ ਯਾਦ ਕਰਦੇ ਹਾਂ, ਕਾਹਦੇ ਲਈ? ਜੇ ਤੇ ਆਪਾਂ ਗੁਰੂਆਂ ਦੀ ਫਿਲਾਸਫੀ ਨੂੰ ਸਮਝੀਏ ਤੇ ਇਹ ਪਤਾ ਲੱਗੇਗਾ ਵੀ ਅਸੀਂ ਕੁਝ ਸਿੱਖਣ ਵਾਸਤੇ ਉਹਨੂੰ ਚੇਤੇ ਕਰਾਂ ਕਿ ਉਹਦੇ ਜੀਵਨ ਵਿੱਚ ਕੀ ਸੀ, ਉਹਦਾ ਜੀਵਨ ਕੈਸਾ ਸੀ, ਕਿਹੋ ਜਿਹਾ ਜੀਵਨ ਗੁਜ਼ਾਰਿਆ, ਉਸ ਦੇ ਜੀਵਨ ਵਿੱਚ ਕੀ ਮੁਸ਼ਕਲਾਂ ਸਨ, ਕਿਵੇਂ ਉਸਨੇ ਮੁਸ਼ਕਲਾਂ ਲੰਘ ਕੇ ਕਾਮਯਾਬੀਆਂ ਹਾਸਲ ਕੀਤੀਆਂ। ਕਿਸੇ ਦੇ ਜੀਵਨ ਤੋਂ ਸਿੱਖਣ ਵਾਸਤੇ ਅਸੀਂ ਇਹ ਦਿਨ ਮਨਾਉਂਦੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਸਿੱਖੀਜ਼ਮ ਦੇ ਪਹਿਲੇ ਸਿੱਖ ਸਕਾਲਰ ਹਨ, ਜਿਨ੍ਹਾਂ ਦੀਆਂ ਰਚਨਾਵਾਂ ਵਾਰਾਂ ਤੇ ਕਵਿਤ ਪੰਥ ਪ੍ਰਵਾਨਿਤ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਰਾਂ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰੰਦੇ। ਗੁਰਪੁਰਬ ਮਨਾਉਂਦੇ ਨਹੀਂ, ਇਹ ਤਵੱਜੋ ਦਿਓ ਸ਼ਬਦਾਂ ਦੇ ਵੱਲ। ਸਿੱਖ ਮਨਾਉਂਦਾ ਨਹੀਂ, ਸਿੱਖ ਕਰਦਾ ਹੈ। ਮਨਾਈ ਦਾ ਉਸ ਨੂੰ ਹੁੰਦਾ ਜਿਹੜਾ ਨਾਰਾਜ਼ ਹੋਵੇ, ਰੁੱਸਿਆ ਹੋਇਆ ਹੋਵੇ। ਗੁਰੂ ਮੇਰੇ ਤੋਂ ਰੁੱਸਿਆ ਹੋਇਆ ਨਹੀਂ, ਗੁਰੂ ਮੇਰੇ ਤੋਂ ਨਾਰਾਜ਼ ਨਹੀਂ। ਜੇ ਮੈਂ ਗੁਰੂ ਦਾ ਸਿੱਖ ਹਾਂ, ਮੈਂ ਆਪਣੇ ਗੁਰੂ ਦਾ ਪੁਰਬ ਕਰਨਾ ਹੈ। ਕਰਨਾ ਮੀਨ ਆਪਣੇ ਹੱਥੀਂ ਸੇਵਾ ਕਰਨੀ, ਜੋ ਗੁਰੂ ਨੇ ਉਪਦੇਸ਼ ਦਿੱਤਾ ਹੈ ਉਹਨੂੰ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰਨਾ। ਜਿਹੜੀ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਸੰਪੂਰਨਤਾ ਤੇ ਅਖੰਡ ਪਾਠ ਸਾਹਿਬ ਜਦੋਂ ਸੰਪੂਰਨ ਹੋਇਆ, ਜਿਹੜੀ ਸੰਗਤ ਉਸ ਵੇਲੇ ਹਾਜ਼ਰ ਸੀ
ਅਰਦਾਸ ਭਾਈ ਸਾਹਿਬ ਜੀ ਨੇ ਕੀਤੀ। ਭਾਈ ਸਾਹਿਬ ਜੀ ਨੇ ਹੁਕਮ ਲਿਆ ਗੁਰੂ ਗ੍ਰੰਥ ਸਾਹਿਬ ਜੀ ਦਾ। ਹੁਕਮ ਕੀ ਆਇਆ ਜੀ ਮੇਰੇ ਸਾਹਿਬ ਜੀ ਦਾ? ਹਮ ਅੰਧੁਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਅੱਗੇ ਕੀ ਹੈ ਜੀ? ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। 490 ਸਾਲ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਨੂੰ ਹੋ ਗਏ। 2034 ਦੇ ਵਿੱਚ 2034 ਦੇ ਵਿੱਚ ਜਾ ਕੇ ਅੱਜ ਤੋਂ 10 ਸਾਲ ਬਾਅਦ ਗੁਰੂ ਰਾਮਦਾਸ ਮਹਾਰਾਜ ਜੀ ਦਾ 500ਵਾਂ ਪ੍ਰਕਾਸ਼ ਪੁਰਬ ਹੋਵੇਗਾ। 490 ਸਾਲ ਪਿੱਛੇ ਚਲੇ ਜਾਓ, ਲਾਹੌਰ ਦੀ ਧਰਤੀ ਤੇ ਚੂਨਾ ਮੰਡੀ 1534 ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਬਾਬਾ ਜੇਠਾ ਜੀ ਦਾ। ਇੱਕ ਪ੍ਰਚਾਰਕ ਹੋਣ ਦੇ ਨਾਤੇ ਜਦੋਂ ਗੁਰਬਾਣੀ ਨੂੰ ਪੜ੍ਹੀਦਾ, ਵਿਚਾਰੀ ਦਾ, ਸਿੱਖ ਹਿਸਟਰੀ ਨੂੰ ਪੜ੍ਹੀਦਾ, ਇਹਦੇ ਵਿੱਚ ਸਵਾਦ ਵੀ ਬਹੁਤ ਰਸ ਹੈ। ਬੜੀ ਇੰਟਰਸਟਡ ਹਿਸਟਰੀ ਹੈ ਸਿੱਖੀਜ਼ਮ ਦੀ। ਪਹਿਲੇ 4 ਗੁਰੂ ਸਾਹਿਬਾਨ, ਪਹਿਲੇ 4 ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਤੇ ਧੰਨ ਗੁਰੂ ਰਾਮਦਾਸ, ਸਰੀਰਕ ਤੌਰ ਤੇ, ਗੁਰੂ ਕਰਕੇ ਨਹੀਂ, ਸਰੀਰਕ ਤੌਰ ਤੇ ਇਹ ਥੋੜੇ ਥੋੜੇ ਸਮੇਂ ਦੇ ਸਮਕਾਲੀ ਹਨ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 1469 1469 ਦਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦਾ ਜਨਮ 1479 1479 ਦਾ ਹੈ। ਗੁਰੂ ਅੰਗਦ ਸਾਹਿਬ ਜੀ ਦਾ ਜਨਮ, ਮੈਂ ਜਨਮ ਇਸ ਲਈ ਸ਼ਬਦ ਵਰਤ ਰਿਹਾ ਕਿਉਂਕਿ ਸਰੀਰ ਦਾ ਜਨਮ ਹੈ, ਜਿਸ ਦਾ ਜਨਮ ਹੈ ਉਹਦੀ ਮੌਤ ਵੀ ਹੈ। ਇਹ ਗੱਲ ਚੇਤੇ ਰੱਖੀਏ। ਗੁਰੂ ਨਾਨਕ ਸਾਹਿਬ ਆਦਿ ਤੋਂ ਗੁਰੂ ਹਨ। ਗੁਰੂ ਨਾਨਕ ਸਾਹਿਬ ਨੂੰ ਕਿਸੇ ਸੰਸਾਰਿਕ ਧਾਰਮਿਕ ਆਗੂ ਨੇ ਗੁਰੂ ਨਹੀਂ ਬਣਾਇਆ। ਬਾਬਾ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਗੁਰੂ ਥਾਪਿਆ ਹੈ। ਬਾਬਾ ਅਮਰਦਾਸ ਜੀ ਨੂੰ ਗੁਰੂ ਅੰਗਦ ਸਾਹਿਬ ਨੇ ਗੁਰੂ ਥਾਪਿਆ ਹੈ। ਬਾਬਾ ਜੇਠਾ ਜੀ ਨੂੰ ਧੰਨ ਗੁਰੂ ਅਮਰਦਾਸ ਜੀ ਨੇ ਗੁਰੂ ਥਾਪਿਆ ਹੈ। ਲੇਕਿਨ ਗੁਰੂ ਨਾਨਕ ਸਾਹਿਬ ਨੂੰ ਕਿਸੇ ਧਾਰਮਿਕ ਆਗੂ ਨੇ ਗੁਰੂ ਨਹੀਂ ਬਣਾਇਆ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੈ। ਜੇ ਮੈਂ ਇਹ ਕਹਿ ਦਿਆਂ ਅੱਜ ਗੁਰੂ ਦਾ ਜਨਮ ਨਹੀਂ, ਅੱਜ ਇੱਕ ਉਸ ਰੂਹ ਦਾ ਜਨਮ ਹੈ ਜਿਸ ਰੂਹ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਦਾ ਪ੍ਰਕਾਸ਼ ਹੋਣਾ ਹੈ। ਭਾਂਡਾ ਤਿਆਰ ਹੋ ਗਿਆ, ਉਹ ਬਰਤਨ, ਉਹ ਭਾਂਡਾ ਮਿਲ ਗਿਆ ਜਿਸ ਵਿੱਚ ਗੁਰੂ ਸ਼ਬਦ ਨੇ ਟਿਕਣਾ ਹੈ ਤੇ ਸਮਾਂ ਲੱਗਣਾ ਹੈ। ਅੱਜ ਤੇ ਕੇਵਲ ਸਰੀਰ ਦਾ ਜਨਮ ਹੋਇਆ ਤੇ ਗੁਰੂ ਸਰੀਰ ਨਹੀਂ ਹੈ ਸਿੱਖੀਜ਼ਮ ਦੇ ਵਿੱਚ। ਇਹ ਗੱਲ ਚੇਤੇ ਰੱਖੀਏ। ਸਾਡੇ 10 ਗੁਰੂ ਸਾਹਿਬਾਨ ਹੋਏ ਨੇ। 10 ਗੁਰੂ ਸਾਹਿਬਾਨ ਜੀ ਦਾ ਸੰਸਾਰ ਤੇ ਆਉਣ ਦਾ ਸਾਲ, ਤਰੀਕ, ਮਹੀਨਾ, ਦਿਨ, ਪਲੇਸ, ਜਗ੍ਹਾ, ਮਾਂ ਬਾਪ, ਮਾਤਾ ਪਿਤਾ ਸਾਡੇ ਕੋਲ ਹਿਸਟਰੀ 'ਚ ਸੰਭਾਲੇ ਪਏ ਨੇ। 10 ਗੁਰੂਆਂ ਦੇ 10 ਗੁਰੂ ਸਾਹਿਬਾਨ ਜਿਨ੍ਹਾਂ ਸ਼ਰੀਰਾਂ ਦੇ ਰਾਹੀਂ ਗੁਰ ਸ਼ਬਦ ਦਾ ਪ੍ਰਕਾਸ਼ ਹੋਇਆ, ਉਹਨਾਂ ਪਾਵਨ ਸ਼ਰੀਰਾਂ ਦੀਆਂ ਜਨਮ ਤਾਰੀਖਾਂ, ਜਨਮ ਦੇ ਸਾਲ, ਉਹਨਾਂ ਦੇ ਬਰਥ ਪਲੇਸ, ਉਹਨਾਂ ਦੇ ਮਾਤਾ ਪਿਤਾ ਸਾਡੇ ਕੋਲ ਹਿਸਟਰੀ ਦੇ ਵਿੱਚ ਨੇ। ਅਸੀਂ ਕਿਸੇ ਵੀ ਸਰੀਰਕ ਤੌਰ ਤੇ 10 ਗੁਰੂ ਸਾਹਿਬਾਨ ਦੇ ਵਿੱਚੋਂ ਆਪਾਂ ਨਹੀਂ ਸ਼ਬਦ ਵਰਦੇ ਵੀ ਜੁਗੋ ਜੁਗ ਅਟਲ ਗੁਰੂ ਨਾਨਕ, ਜੁਗੋ ਜੁਗ ਅਟਲ ਗੁਰੂ ਅਮਰਦਾਸ। ਅਸੀਂ ਸ਼ਬਦ ਕੇਵਲ ਵਰਤਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ। ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਤਾਰੀਖ, ਸਾਲ, ਪਲੇਸ ਸਾਡੇ ਕੋਲ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਐਂਡ ਨਹੀਂ ਹੈ। ਇਹ ਜੁਗ ਜੁਗ ਅਟਲ ਹੈ। ਮੈਂ ਜ਼ਿਕਰ ਕਰ ਰਿਹਾ ਸਾਂ 1469 ਗੁਰੂ ਨਾਨਕ ਸਾਹਿਬ
1479 ਗੁਰੂ ਅਮਰਦਾਸ, 1504 ਬਾਬਾ ਲਹਿਣਾ ਜੀ ਤੇ 1534 ਗੁਰੂ ਰਾਮਦਾਸ ਮਹਾਰਾਜ ਜੀ। ਜਦੋਂ ਗੁਰੂ ਨਾਨਕ ਸਾਹਿਬ ਜੀ 65 ਸਾਲਾਂ ਦੇ ਸਨ, 65 ਈਅਰਸ ਗੁਰੂ ਨਾਨਕ ਸਾਹਿਬ ਜੀ, ਉਦੋਂ ਬਾਬਾ ਜੇਠਾ ਜੀ ਦਾ ਜਨਮ ਹੁੰਦਾ ਹੈ। ਲਾਹੌਰ ਤੇ ਕਰਤਾਰਪੁਰ ਦਾ ਬਹੁਤਾ ਵਕਬਾ ਨਹੀਂ, ਜਿਹੜੇ ਸੱਜਣ ਉਧਰੋਂ ਆਏ ਨੇ ਪਤਾ ਹੈ ਪੰਜਾਬ ਤੋਂ। ਲਾਹੌਰ ਦਾ ਤੇ ਕਰਤਾਰਪੁਰ ਸਾਹਿਬ ਜਿਹੜਾ ਗੁਰੂ ਨਾਨਕ ਸਾਹਿਬ ਨੇ ਨਗਰ ਵਸਾਇਆ, ਕਿਉਂਕਿ ਅਖੀਰਲਾ ਜੀਵਨ ਦਾ ਸਮਾਂ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਬਤੀਤ ਕੀਤਾ ਹੈ। ਬਾਬਾ ਜੇਠਾ ਜੀ ਦਾ ਜਨਮ ਹੋਇਆ ਜਦੋਂ ਗੁਰੂ ਨਾਨਕ ਸਾਹਿਬ 65 ਸਾਲਾਂ ਦੇ ਸਨ। ਬਾਬਾ ਜੇਠਾ ਜੀ ਦਾ ਜਨਮ ਹੋਇਆ ਜਦੋਂ ਬਾਬਾ ਅਮਰਦਾਸ ਜੀ 55 ਸਾਲਾਂ ਦੇ ਸਨ। ਬਾਬਾ ਜੇਠਾ ਜੀ ਦਾ ਜਨਮ ਹੋਇਆ ਜਦੋਂ ਬਾਬਾ ਲਹਿਣਾ ਜੀ 30 ਸਾਲਾਂ ਦੇ ਸਨ। ਬਾਬਾ ਜੇਠਾ ਜੀ ਦਾ ਜਨਮ ਹੋਇਆ ਸਮਕਾਲੀ ਥੋੜੇ ਸਮੇਂ ਦੇ। ਬਾਬਾ ਅਮਰਦਾਸ ਮਹਾਰਾਜ ਜੀ ਦੀ ਕਿਸੇ ਵੀ ਮੁਲਾਕਾਤ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਦੇ ਨਾਲ ਮੈਂ ਇਤਿਹਾਸ ਵਿੱਚ ਨਹੀਂ ਕਿਤੇ ਪੜ੍ਹਿਆ ਕਿ ਕਿਤੇ ਬਾਬਾ ਅਮਰਦਾਸ, ਜਦੋਂ ਕਿ 10 ਸਾਲ ਛੋਟੇ ਨੇ ਗੁਰੂ ਨਾਨਕ ਸਾਹਿਬ ਤੋਂ, ਤੇ ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਤੋਂ 35 ਸਾਲ ਛੋਟੇ ਨੇ। ਬਾਬਾ ਲਹਿਣਾ ਜੀ ਬਾਬਾ ਅਮਰਦਾਸ ਜੀ ਤੋਂ ਪਹਿਲਾਂ ਆ ਗਏ। ਬਾਬਾ ਅਮਰਦਾਸ ਜੀ ਦੀ ਕੋਈ ਮੁਲਾਕਾਤ ਨਹੀਂ। ਬਾਬਾ ਅਮਰਦਾਸ ਗੁਰੂ ਅੰਗਦ ਸਾਹਿਬ ਦੇ ਸਿੱਖ ਬਣਦੇ ਨੇ ਤੇ ਬਾਬਾ ਜੇਠਾ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੇਲੇ ਸਿੱਖ ਬਣ ਗਏ। ਇਹ ਸਾਡੀ ਹਿਸਟਰੀ ਇਤਿਹਾਸ ਹੈ। ਜਿਨ੍ਹਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੀਵਨ ਪੜ੍ਹਿਆ, ਉਹਨਾਂ ਨੂੰ ਪਤਾ ਹੈ ਕਿ ਬਚਪਨਾ ਜਿਹੜਾ ਬਾਬਾ ਜੇਠਾ ਜੀ ਦਾ ਕਿੰਨਾ ਹਾਲਾਤਾਂ ਦੇ ਵਿੱਚੋਂ ਗੁਜ਼ਰਿਆ ਹੈ। ਮੈਂ ਵਿਸਤਾਰ ਨਹੀਂ ਕਰਾਂਗਾ, ਸਮਾਂ ਇਜਾਜ਼ਤ ਨਹੀਂ ਦਿੰਦਾ। ਵੈਸੇ ਤਾਂ ਗੁਰੂ ਕੀਆਂ ਵਡਿਆਈਆਂ ਜਦੋਂ ਆਪਾਂ ਇਹ ਸਾਲ ਪਿਛੋਂ ਦਿਨ ਸੈਲੀਬ੍ਰੇਟ ਕਰਨਾ ਹੋਵੇ ਤੇ ਸਾਨੂੰ ਇੱਥੇ ਖੁੱਲ੍ਹ ਕੇ ਵਿਚਾਰਾਂ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਆਪਾਂ ਆਏ ਤੇ ਚਲੇ ਗਏ, ਸਾਨੂੰ ਪਤਾ ਨਹੀਂ ਗੁਰੂ ਸਾਹਿਬ ਨੇ ਸਾਡੇ ਲਈ ਕੀ ਕੁਝ ਕੀਤਾ ਹੈ। ਕੈਸਾ ਜੀਵਨ ਸੀ ਬਾਬਾ ਜੇਠਾ ਜੀ ਦਾ ਬਚਪਨ ਦਾ। ਸਿੱਖ ਇਤਿਹਾਸ ਕਹਿੰਦਾ ਹੈ ਕਿ 7 ਸਾਲਾਂ ਦੀ ਉਮਰ ਦੇ ਵਿੱਚ ਬਾਬਾ ਜੇਠਾ ਜੀ ਦੇ ਸਿਰ ਤੋਂ ਮਾਂ-ਬਾਪ ਦਾ ਸਾਇਆ ਉੱਠ ਗਿਆ। ਆਪਾਂ ਪਰਿਵਾਰਾਂ ਵਾਲੇ ਹਾਂ, 7 ਸਾਲ ਦਾ ਬੱਚਾ ਯਤੀਮ ਹੋਵੇ, ਅਨਾਥ ਹੋ ਜਾਏ, ਮਾਂ-ਬਾਪ ਸਿਰ ਤੇ ਨਾ ਹੋਵੇ ਤੇ ਅਸੀਂ ਉਸ ਬੱਚੇ ਬਾਰੇ ਕੀ ਸੋਚਾਂਗੇ? ਸਾਡੇ ਅੰਦਰ ਤਰਸ ਪੈਦਾ ਹੋਵੇਗਾ, ਦਇਆ ਹੈ ਕਿ ਬੱਚਾ ਯਤੀਮ ਹੈ, ਵਿਚਾਰਾ ਅਨਾਥ ਹੈ। ਮਾਂ-ਬਾਪ ਤੋਂ ਵੱਡਾ ਸਹਾਰਾ ਬੱਚਿਆਂ ਲਈ ਹੋਰ ਕੀ ਹੋ ਸਕਦਾ ਹੈ? ਤੇ ਜਿਸ ਬੱਚੇ ਦੇ ਸਿਰ ਤੋਂ ਮਾਂ-ਬਾਪ ਦਾ ਸਾਇਆ ਉੱਠ ਜਾਏ, ਫਿਰ ਰਿਸ਼ਤੇਦਾਰ ਸਾਕ ਸੰਬੰਧੀ ਨੇੜੇ ਨਾ ਆਉਣ, ਉਹ ਵੀ ਨਫ਼ਰਤ ਕਰਨ ਲੱਗ ਜਾਣ। ਮੈਨੂੰ ਇੱਕ ਅਦੀਬ ਦੇ ਬੋਲ ਚੇਤੇ ਆਉਂਦੇ ਨੇ, ਉਹ ਲਿਖਦਾ ਹੈ ਕਿ ਸਿਆਹ ਬਖਤੀ में कब कोई किसी का साथ देता है कि तारीकी में साया भी जुदा इंसान से होता है। ਸਿਆਹ ਕਹਿੰਦੇ ਨੇ ਕਾਲਖ, ਕਾਲਾ ਦੌਰ, ਕਾਲਾ ਵਕਤ, ਔਖਾ ਸਮਾਂ। ਔਖੇ ਵੇਲੇ ਕੌਣ ਕਿਸ ਦੀ ਬਾਂਹ ਪਕੜਦਾ ਹੈ? ਭਾਵ ਕਿ ਕੋਈ ਨਹੀਂ ਪਕੜਦਾ। ਤਾਰੀਕ ਉਰਦੂ ਦੇ ਵਿੱਚ ਹਨੇਰੇ ਨੂੰ ਕਿਹਾ ਜਾਂਦਾ ਹੈ। ਹਨੇਰੇ ਦੇ ਵਿੱਚ ਮਨੁੱਖ ਦੇ ਆਪਣੇ ਸਰੀਰ ਦਾ ਪਰਛਾਵਾਂ ਵੀ ਸਾਥ ਛੱਡ ਜਾਂਦਾ ਹੈ। ਔਖੇ ਵੇਲੇ ਆਪਣੇ ਵੀ साथ छट जाया करते हैं। स्याह भक्ति में कब कोई किसी का साथ देता है कि तारीकी में साया भी जुदा इंसान से होता है। पर बाबा जेठा जी डोले नहीं। दास ने शायद कल ही जिक्र किया सी, जदों इन्नी छुटेरी उम्र होवे ना साध संगत ते बच्चे लिए भविख दे विच बड़ियां मुश्किलां दिसदियां ने। रहना किथे है, खाना किथों है, सब तो वड्डियां चीज़ां, पहनना की है। चलो रहन लई मां बाप दा घर सी,
ਪਰ ਪੇਟ ਭਰਨ ਵਾਸਤੇ ਤੇ 2 ਵਕਤ ਦੀ ਰੋਟੀ ਚਾਹੀਦੀ ਹੈ। 7 ਸਾਲ ਦੀ ਉਮਰ ਦੇ ਵਿੱਚ ਬਾਬਾ ਜੇਠਾ ਜੀ ਨੇ ਸਾਨੂੰ ਕਿਰਤ ਕਰਨੀ ਦੱਸੀ ਹੈ। 7 ਸਾਲ ਲਾਹੌਰ ਦੇ ਵਿੱਚ ਵਿਚਰਦੇ ਨੇ ਬਾਬਾ ਜੇਠਾ ਜੀ। ਕੋਈ ਸਾਥ ਦੇਣ ਵਾਲਾ ਨਹੀਂ। ਰਿਸ਼ਤੇਦਾਰ ਸਾਖ ਸੰਬੰਧੀ ਪਾਸੇ ਹੋ ਗਏ, ਚਾਚੇ ਤਾਏ ਪਾਸੇ ਹੋ ਗਏ। ਸਿੱਖ ਇਤਿਹਾਸ ਨੇ ਜ਼ਿਕਰ ਕੀਤਾ ਹੈ, ਅੰਮ੍ਰਿਤਸਰ ਸਾਹਿਬ ਦਾ ਇੱਕ ਪਿੰਡ ਹੈ ਜੀ, ਉਹਦਾ ਨਾਮ ਹੈ ਬਾਸਰਕੇ। ਜਿਹੜੇ ਸੱਜਣ ਅੰਮ੍ਰਿਤਸਰ ਨਾਲ ਤਰਨਤਾਰਨ ਸਾਹਿਬ ਨਾਲ ਰਿਲੇਟਡ ਹੋਣਗੇ ਪਤਾ ਹੋਏਗਾ, ਬਾਸਰਕੇ ਪਿੰਡ ਪੈਂਦਾ ਹੈ। ਬਾਬਾ ਜੇਠਾ ਜੀ ਦੇ ਇਸ ਬਾਸਰਕੇ ਪਿੰਡ ਦੇ ਵਿੱਚ ਨਾਨਕੇ। ਗੁਰੂ ਅਮਰਦਾਸ ਮਹਾਰਾਜ ਜੀ ਦਾ ਬਾਸਰਕੇ ਪਿੰਡ ਆਪਣਾ ਯੱਦੀ ਪਿੰਡ ਹੈ, ਜਿੱਥੇ ਰਹਿੰਦੇ ਸਨ ਬਾਬਾ ਅਮਰਦਾਸ ਜੀ। ਬਾਬਾ ਜੇਠਾ ਜੀ ਦੀ ਨਾਨੀ ਆਪਣੀ ਧੀ ਤੇ ਆਪਣੇ ਜਵਾਈ ਦੇ ਸ਼ਰੀਰਾਂ ਨੂੰ ਚਿਖਾ 'ਚ ਜਲਾ ਕੇ ਤੇ ਆਪਣੇ ਦੋਤੇ ਦੋਤੀ ਨੂੰ, 2 ਦੋਤੇ ਤੇ 1 ਦੋਤੀ ਨਾਲ ਲੈ ਕੇ ਤੇ ਬਾਸਰਕੇ ਪਿੰਡ ਆ ਗਈ। ਬਜ਼ੁਰਗ ਮਾਂ ਹੈ ਨਾਨੀ, ਮੇਰੀਆਂ ਸਤਿਕਾਰਯੋਗ ਮਾਤਾਵਾਂ ਬੈਠੀਆਂ ਨੇ। ਜ਼ਿਆਦਾਤਰ ਬੱਚਿਆਂ ਦਾ ਨਾਨਕਿਆਂ ਨੂੰ ਮੋਹ ਹੁੰਦਾ, ਦਾਦਕਿਆਂ ਨੂੰ ਅਜੇ ਘੱਟ ਹੁੰਦਾ, ਚੇਤੇ ਰੱਖੀਏ। ਐਨ ਬਿਰਲੇ ਐਸੀ ਬਾਤ ਨਹੀਂ ਹੈ, ਜਿੱਥੇ ਚਾਚੇ ਤਾਏ ਆਪਣੇ ਭਤੀਜੇ ਭਤੀਜੀਆਂ ਦਾ ਸਾਥ ਦਿੰਦੇ ਨੇ, ਜ਼ਿਆਦਾਤਰ ਸਾਥ ਛੱਡ ਜਾਂਦੇ ਨੇ। ਨਾਨਕਿਆਂ ਨੂੰ ਮੋਹ ਜਾਗਦਾ ਕਿ ਸਾਡਾ ਆਪਣਾ ਹੈ। ਜੇ ਮਾਮੇ ਮਾਮੀਆਂ ਸਾਥ ਛੱਡ ਜਾਣ ਤੇ ਨਾਨੀ ਜਿਉਂਦੀ ਹੋਵੇ ਤੇ ਕਹਿੰਦੀ ਨਹੀਂ ਮੇਰੇ ਦੋਤੇ ਨੇ, ਤੇ ਨਾਨੀ ਬਜ਼ੁਰਗ ਆਪਣੇ ਨਾਲ ਆਪਣੇ ਦੋਤਿਆਂ ਨੂੰ, ਦੋਤੀ ਨੂੰ ਬਾਸਰਕੇ ਪਿੰਡ ਲੈ ਗਈ। ਬਾਬਾ ਜੇਠਾ ਜੀ ਨੇ ਉੱਥੇ ਬੈਠ ਕੇ ਇਹ ਨਹੀਂ ਕਿਹਾ ਵੀ ਨਾਨੀ ਜੀ ਆਪਾਂ ਖਾਣਾ ਕਿੱਥੋਂ ਆਏ। ਮਿਹਨਤ ਕਰਨੀ ਸ਼ੁਰੂ ਕੀਤੀ। ਇਤਿਹਾਸ ਪੜ੍ਹਦਿਆਂ ਇੱਕ ਬੜੀ ਪਿਆਰੀ ਬਾਤ ਸਾਹਮਣੇ ਆਉਂਦੀ ਹੈ ਸਾਧ ਸੰਗਤ। ਬਾਬਾ ਜੇਠਾ ਜੀ ਦੇ ਜਦੋਂ ਤਕਰੀਬਨ 8-9 ਸਾਲ ਦੇ ਸਨ, ਸਿਰ ਤੇ ਘੁੰਮਣੀਆਂ ਦੀ ਛਾਬੜੀ ਸ਼ੋਭਦੀ ਹੈ। ਬਾਬਾ ਜੇਠਾ, ਅੱਜ ਅਸੀਂ ਕੰਮ ਕਰਨ ਤੋਂ ਕਿ ਨੌਜਵਾਨ ਬੱਚੇ ਬੱਚੀਆਂ ਗੁਰੇਜ਼ ਕਰਦੇ ਨੇ, ਅਸੀਂ ਇਹ ਕੰਮ ਕਿਵੇਂ ਕਰੀਏ, ਚੰਗਾ ਨਹੀਂ ਲੱਗੇਗਾ। ਬਾਬਾ ਜੇਠਾ ਜੀ ਦੇ ਪਿਤਾ ਜੀ ਦਾ ਕਾਰੋਬਾਰ ਲਾਹੌਰ ਦੇ ਵਿੱਚ ਬਹੁਤ ਵਧੀਆ ਸੀ। ਚੂਨਾ ਮੰਡੀ ਜਿਹੜੀ ਹੈ, ਜਿਹੜੇ ਪੁਰਾਣੇ ਬਜ਼ੁਰਗ ਲਾਹੌਰ ਕਦੇ ਗਏ ਜਿਹਨਾਂ ਦੇਖਿਆ ਹੋਵੇ, ਇਹ ਆਮ ਚੂਨਾ ਮੰਡੀ ਨਹੀਂ। ਇਹ ਉਹ ਇੱਥੇ ਵਪਾਰੀ ਰਹਿੰਦੇ ਸਨ ਜਿਹੜੇ ਹੀਰਿਆਂ ਦੇ ਵਪਾਰੀਆਂ ਦੇ ਕੋਲੋਂ ਹੀਰਿਆਂ ਦਾ ਚੂਨਾ ਨਿੱਕੇ ਨਿੱਕੇ ਕਿਣਕੇ ਲਿਆ ਕੇ ਇਸ ਬਾਜ਼ਾਰ ਦੇ ਵਿੱਚ ਵੇਚਿਆ ਕਰਦੇ ਸਨ। ਉਹਦਾ ਨਾਮ ਹੀ ਚੂਨਾ ਮੰਡੀ ਪੈ ਗਿਆ। ਤੇ ਬਾਬਾ ਜੇਠਾ ਜੀ ਦੇ ਪਿਤਾ ਜੀ ਦਾ ਕਾਰੋਬਾਰ ਆਮ ਨਹੀਂ ਸੀ, ਬੜੇ ਚੰਗੇ ਸਰਦੇ ਪੁੱਜਦੇ ਸਨ। ਪਰ ਅੱਜ ਉਸ ਬਾਪ ਦੇ ਪੁੱਤਰ ਦੇ ਸੀਸ ਤੇ ਪੇਟ ਪਾਲਣ ਦੇ ਲਈ ਇੱਕ ਘੁੰਮਣੀਆਂ ਦੀ ਛਾਬੜੀ ਹੈ। ਦੁਨੀਆ ਨੇ ਅਨੋਖੀ ਚੀਜ਼ ਦੇਖੀ। ਬਾਸਰਕੇ ਪਿੰਡ ਦੇ ਵਿੱਚ ਬਾਬਾ ਜੇਠਾ ਜੀ ਕਿਰਤ ਕਰਦੇ ਨੇ ਤੇ ਸਿੱਖ ਇਤਿਹਾਸ ਲਿਖਦਾ ਹੈ ਕਿ ਬਾਬਾ ਅਮਰਦਾਸ ਜੀ ਨੂੰ ਪਤਾ ਲੱਗਿਆ ਕਿ ਸਾਡੇ ਪਿੰਡ ਦੀ ਬੱਚੀ ਦਾ, ਸਾਡੇ ਪਿੰਡ ਦਾ ਦੋਹਤਾ ਜਿਸ ਦੇ ਮਾਂ-ਬਾਪ ਅਕਾਲ ਵਸ ਹੋ ਗਏ, ਉਹ ਪਿੰਡ ਸਾਡੇ ਆਇਆ। ਕਹਿੰਦੇ ਨੇ ਬਾਬਾ ਅਮਰਦਾਸ ਜੀ ਮਹਾਰਾਜ ਬਾਬਾ ਜੇਠਾ ਜੀ ਨੂੰ ਮਿਲਣ ਚਲੇ ਗਏ ਹਮਦਰਦੀ ਦੇ ਤੌਰ ਤੇ। ਜਿਵੇਂ ਆ ਪਹਿਲਾਂ ਪਿੰਡਾਂ 'ਚ ਹੁੰਦਾ ਸੀ ਕਿ ਬੱਚਾ ਕੋਈ ਯਤੀਮ ਹੈ ਤੇ ਪਿੰਡ ਦੇ ਲੋਕ ਕਹਿੰਦੇ ਸਾਡੇ ਪਿੰਡ ਦਾ ਬੱਚਾ ਦੋਹਤਾ ਹੈ, ਪਿੰਡ ਦਾ ਮਾਂ-ਬਾਪ ਦਾ ਸਾਇਆ ਸਿਰ ਤੋਂ ਉੱਠ ਗਿਆ, ਚਲੋ ਮਿਲ ਆਈਏ। ਬਾਬਾ ਜੇਠਾ ਜੀ ਨੂੰ ਮਿਲੇ। ਇਤਿਹਾਸ ਕਹਿੰਦਾ ਕਿ ਬਾਬਾ ਅਮਰਦਾਸ ਜੀ ਤੋਂ ਸੇਵਾ ਕਰਦੇ ਸਨ। ਉਦੋਂ ਬਾਬਾ ਅਮਰਦਾਸ ਜੀ ਨੇ ਹਰਿਦੁਆਰ ਜਾਣਾ ਛੱਡ ਦਿੱਤਾ ਸੀ। ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਧਾਰਨ ਕਰ ਲਿਆ। ਸੇਵਾ ਦੀ ਕਮਾਈ ਕਰਦੇ ਨੇ। ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਅਨੁਸਾਰ ਬਿਆਸਾ ਦਰਿਆ ਦੇ ਕੰਢੇ ਤੇ ਭਾਈ ਗੋਂਦੇ ਦੀ ਬੇਨਤੀ ਤੇ ਗੋਂਦਵਾਲ ਵਸਾਉਣਾ ਸ਼ੁਰੂ ਕਰ ਦਿੱਤਾ ਸੀ। ਤੇ ਜਦੋਂ ਬਾਬਾ ਅਮਰਦਾਸ ਜੀ ਦੀ ਨਿਗਾਹ ਪਈ, ਬਾਬਾ ਅਮਰਦਾਸ ਜੀ ਨੇ ਜੇਠਾ ਜੀ ਨੂੰ ਘੁੱਟ ਕੇ ਗਲਵਕੜੀ 'ਚ ਲੈ ਲਿਆ, ਅਥਾਹ ਪਿਆਰ ਕੀਤਾ ਤੇ ਕਹਿਣ ਲੱਗੇ, ਜੇਠਿਆ ਤੂੰ ਇੱਥੇ ਬਾਸਰਕੇ ਪਿੰਡ ਦੇ ਵਿੱਚ ਘੁੰਗਣੀਆਂ ਵੇਚਦਾ, ਗੋਂਦਵਾਲ ਨਗਰ ਵਸ ਰਿਹਾ ਹੈ, ਉੱਥੇ ਵੀ ਬਹੁਤ ਲੋਕ ਆਉਂਦੇ ਨੇ, ਵਸ ਰਹੇ ਨੇ, ਤੂੰ ਮੇਰੇ ਨਾਲ ਉੱਥੇ ਚੱਲਿਆ ਕਰ।
ਬਾਬਾ ਜੇਠਾ ਜੀ ਉੱਥੇ ਜਾਣ ਲੱਗ ਪਏ, ਕਿਰਤ ਕਰਦੇ ਰਹੇ। ਮੈਂ ਸੰਖੇਪ ਦੇ ਵਿੱਚ ਬੇਨਤੀ ਕਰਦੇ ਹਾਂ, ਔਖੇ ਸਮੇਂ ਦੇ ਵਿੱਚੋਂ ਨਿਕਲ ਕੇ ਬਾਬਾ ਜੇਠਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਤਖਤ ਦੇ ਉੱਤਰਾਧਿਕਾਰੀ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਪਹਿਲਾਂ ਬਾਬਾ ਜੇਠਾ ਜੀ ਦੇ ਸੀਸ ਤੇ ਘੁੰਗਣੀਆਂ ਦੀ ਛਾਬੜੀ ਸ਼ੋਭਦੀ ਸੀ, ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੀਸ ਤੇ ਛਤਰ ਤੇ ਚੰਦੋਆ ਸ਼ੋਭਦਾ ਹੈ। ਬਚਪਨ ਦੇ ਵਿੱਚ ਘੁੰਗਣੀਆਂ ਵੇਚ ਕੇ ਬਾਬਾ ਜੇਠਾ ਜੀ ਨੇ ਕਦੇ ਕਿਸੇ ਦਾ ਹੱਕ ਨਹੀਂ ਮਾਰਿਆ, ਕਦੇ ਝੂਠ ਨਹੀਂ ਬੋਲਿਆ, ਧੋਖਾ ਨਹੀਂ ਦਿੱਤਾ, ਵੰਡਦੇ ਰਹੇ। ਮੈਂ ਇਤਿਹਾਸ ਵਿੱਚ ਇੱਕ ਬਾਤ ਪੜ੍ਹੀ, ਕਹਿੰਦੇ ਇੱਕ ਦਿਨ ਬਾਬਾ ਜੇਠਾ ਜੀ ਘੁੰਗਣੀਆਂ ਲੈ ਕੇ ਗਏ ਤੇ ਇੱਕ ਸਾਧੂ ਫਕੀਰ ਆ ਗਿਆ। ਬਾਬਾ ਜੇਠਾ ਜੀ ਗਾਉਂਦੇ ਜਾਂਦੇ ਨੇ, ਮਿੱਠੀਆਂ ਪਿਆਰੀਆਂ ਘੁੰਗਣੀਆਂ, ਰਾਮ ਜਪਾਵਣ ਘੁੰਗਣੀਆਂ, ਮਸਾਲੇਦਾਰ ਘੁੰਗਣੀਆਂ। ਇੱਕ ਫਕੀਰ ਸਾਧੂ ਨੇ ਆ ਕੇ ਨੇੜੇ ਕਿਹਾ ਵੀ ਮੈਨੂੰ ਭੁੱਖ ਲੱਗੀ ਹੈ, ਮੈਨੂੰ ਖਾਣ ਲਈ ਘੁੰਗਣੀਆਂ ਦੇ। ਬਾਬਾ ਜੇਠਾ ਜੀ ਦੇ ਹੱਥ ਛੋਟੇ ਛੋਟੇ, ਕਹਿੰਦੇ ਭੁੱਖ ਭਰ ਕੇ ਦਿੱਤਾ, ਇੱਕ ਖਾ ਲਿਆ, ਦੋ ਖਾ ਲਿਆ। ਇਹ ਫਕੀਰ ਕਹਿਣ ਲੱਗਾ ਵੀ ਤੇਰੇ ਹੱਥ ਛੋਟੇ ਨੇ, ਮੇਰਾ ਪੇਟ ਵੱਡਾ ਹੈ, ਇੰਨੀਆਂ ਨਾਲ ਬਣਦਾ ਕੁਝ ਨਹੀਂ, ਭੁੱਖ ਬਹੁਤ ਲੱਗੀ ਹੈ। ਜੇਠਾ ਜੀ ਦਈ ਗਏ ਤੇ ਫਕੀਰ ਖਾਂਦਾ ਰਿਹਾ, ਖਾ ਗਿਆ। ਪਰਾਤ ਖਾਲੀ ਹੋ ਗਈ, ਸ਼ਾਮ ਨੂੰ ਘਰ ਵਾਪਸ ਆਏ। ਨਾਨੀ ਨੇ ਆਉਂਦਿਆਂ ਪੁੱਛਿਆ, ਜੇਠਿਆ ਅੱਜ ਦਾ ਹਿਸਾਬ? ਪਹਿਲਾਂ ਰੋਜ਼ ਆਉਂਦਿਆਂ ਜੇਠਾ ਜੀ ਆਪਣੀ ਨਾਨੀ ਜੀ ਦੇ ਹੱਥੇ ਵਟਕ ਰੱਖ ਦਿੰਦੇ ਸਨ, ਨਾਨੀ ਜੀ ਅੱਜ ਆ ਵੱਟ ਕੇ ਲਿਆਂਦਾ ਹੈ। ਅੱਜ ਜੇਠਾ ਜੀ ਨੇ ਕੋਈ ਦਿੱਤਾ ਨਹੀਂ ਤੇ ਨਾਨੀ ਨੇ ਆਪ ਹੀ ਪੁੱਛਿਆ, ਜੇਠਿਆ ਅੱਜ ਦੀ ਵਟਕ? ਇਤਿਹਾਸ ਕਹਿੰਦਾ ਬਾਬਾ ਜੇਠਾ ਜੀ ਕਹਿਣ ਲੱਗੇ, ਨਾਨੀ ਜੀ ਅੱਜ ਦੀ ਵਟਕ ਰੱਬ ਦੇ ਘਰ ਚਲੀ ਗਈ। ਬੱਚਾ ਛੋਟਾ ਜਿਹਾ ਦੋਤਾ ਨਾਨੀ ਨੂੰ ਇਹ ਗੱਲ ਕਹੇ ਵੀ ਨਾਨੀ ਜੀ ਅੱਜ ਦੀ ਵਟਕ ਰੱਬ ਦੇ ਘਰ ਚਲੀ ਗਈ। ਬਜ਼ੁਰਗ ਮਾਂ ਜਿਹਨੂੰ ਦੋਤੇ ਪਾਲਣੇ ਪੈ ਗਏ, ਦੋਤੀ ਪਾਲਣੀ ਪੈ ਗਈ, ਜਿਹਦੇ ਘਰ ਵਿੱਚ ਅੱਤ ਦੀ ਗਰੀਬੀ ਹੋਵੇ, ਆਪ ਵਡੇਰੀ ਉਮਰ ਦੇ ਵਿੱਚ ਹੋਵੇ, ਉਹਦੇ ਮਨ ਤੇ ਕੀ ਬੀਤਦੀ ਹੋਏਗੀ। ਘੁੱਟ ਕੇ ਜੇਠੇ ਨੂੰ ਕਲਾਵੇ ਵਿੱਚ ਲੈ ਲਿਆ। ਸਿੱਖ ਇਤਿਹਾਸ ਕਹਿੰਦਾ ਨਾਨੀ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਤੇ ਤਾਂ ਨੂੰ ਕਰਕੇ ਨਿਗਾਹ ਰੱਬ ਨੂੰ ਕਹਿਣ ਲੱਗੇ, ਪ੍ਰਮਾਤਮਾ ਤੂੰ ਜੇਠੇ ਨੂੰ ਦਿਲ ਬਹੁਤ ਵੱਡਾ ਦਿੱਤਾ ਹੈ, ਜੇ ਸਾਰੀ ਦੁਨੀਆ ਦੀ ਦੌਲਤ ਵੀ ਤੂੰ ਜੇਠੇ ਨੂੰ ਦੇ ਦੇਵੇ, ਜੇਠਾ ਸਾਰੀ ਦੁਨੀਆ ਦੀ ਦੌਲਤ ਹੀ ਵੰਡ ਦੇਵੇ, ਏਡਾ ਵੱਡਾ ਦਿਲ ਜੇਠੇ ਦਾ ਹੈ। ਪ੍ਰਮਾਤਮਾ ਜੇ ਜੇਠੇ ਨੂੰ ਏਡਾ ਵੱਡਾ ਦਿਲ ਦੇਣਾ ਸੀ ਤੇ ਇਹਦੇ ਹੱਥਾਂ ਦੇ ਵਿੱਚ ਵੀ ਕੁਝ ਦੇਣਾ ਸੀ। ਘਰ ਵਿੱਚ ਗਰੀਬੀ ਹੈ, ਮੇਰੇ ਦੋਤੇ ਦਾ ਦਿਲ ਬਹੁਤ ਵੱਡਾ ਹੈ, ਇਹ ਸਭ ਕੁਝ ਵੰਡਣ ਲਈ ਤਿਆਰ ਹੈ, ਪਰ ਹੈ ਇਹਦੇ ਕੋਲ ਕੁਝ ਵੀ ਨਹੀਂ। ਤੇ ਕਹਿੰਦੇ ਜੇਠਾ ਜੀ ਨੇ ਜਦੋਂ ਆਪਣੀ ਨਾਨੀ ਦੀ ਜ਼ੁਬਾਨੋਂ ਇਹ ਵਚਨ ਸੁਣੇ, ਘੁੱਟ ਕੇ ਹੱਥ ਪਕੜ ਲਿਆ, ਕਹਿਣ ਲੱਗੇ, ਨਾਨੀ ਜੀ ਰੱਬ ਨੂੰ ਉਲਾਂਭਾ ਨਹੀਂ ਦੇਣਾ, ਰੱਬ ਨੂੰ ਉਲਾਂਭਾ ਨਹੀਂ ਦੇਣਾ। ਅਸੀਂ ਤੇ ਗਿਲੇ ਸ਼ਿਕਵੇ ਕਰਨੇ, ਰੱਬ ਨੇ ਸਾਨੂੰ ਕੀ ਦਿੱਤਾ ਹੈ ਜੀ, ਅਸੀਂ ਇੰਨੀਆਂ ਮੁਸ਼ਕਲਾਂ ਚੋਂ ਲੰਘ ਰਹੇ ਹਾਂ, ਸਾਡਾ ਰੱਬ ਨੇ ਮਾੜਾ ਕਰਤਾ, ਸਾਡਾ ਨੁਕਸਾਨ ਹੋ ਗਿਆ। ਬਾਬਾ ਜੇਠਾ ਜੀ ਕਹਿੰਦੇ, ਨਾਨੀ ਜੀ ਰੱਬ ਨੂੰ ਉਲਾਂਭਾ ਨਹੀਂ ਦੇਣਾ। ਕਹਿਣ ਲੱਗੀ, ਜੇਠਿਆ ਰੱਬ ਨੂੰ ਉਲਾਂਭਾ ਨਾ ਦੇਵਾਂ ਤੇ ਹੋਰ ਕੀ ਆਖਾਂ। ਜੇਠਾ ਜੀ ਕਹਿਣ ਲੱਗੇ, ਨਾਨੀ ਜੀ ਰੱਬ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ, ਜਿਸ ਨੇ ਮੈਨੂੰ ਮਨੁੱਖਾ ਜੀਵਨ ਦੇ ਕੇ ਦੁਨੀਆ ਤੇ ਭੇਜਿਆ, ਉਹਨੇ ਪਿੱਛੇ ਰੱਖਿਆ ਕੀ ਹੈ, ਮੈਂ ਆਪ ਆਪਣੇ ਜੀਵਨ ਵਿੱਚ ਕਮਾਈ ਕਰਾਂਗਾ, ਕਮਾਈ ਵੀ ਕਰਾਂਗਾ, ਦੁਨੀਆ ਨੂੰ ਵੰਡਾਂਗਾ ਵੀ, ਨਾਨੀ ਜੀ ਰੱਬ ਨੂੰ ਉਲਾਂਭਾ ਨਹੀਂ ਦੇਣਾ। ਇਹ ਬਾਬਾ ਜੇਠਾ ਜੀ ਦਾ ਬਚਪਨ ਹੈ। ਆਓ ਗੁਰਮੁਖ ਪਿਆਰਿਓ, ਬਾਬਾ ਜੇਠਾ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਤੋਂ ਆਪਾਂ ਸੇਧ ਲਈਏ। ਸਤਿਗੁਰੂ ਨੇ ਸਾਡੇ ਲਈ ਪੂਰਨੇ ਪਾ ਦਿੱਤੇ। ਅਸੀਂ ਕਿੰਨਾ ਵੀ ਲਾਮ ਲਸ਼ਕਰ ਇਕੱਠਾ ਕਰ ਲਈਏ ਨਾ ਜੀ, ਧੀ ਪੁੱਤਰ ਦੀ ਸ਼ਾਦੀ ਕਰਨੀ ਹੋਵੇ, ਸਾਨੂੰ ਆਨੰਦ ਕਾਰਜ ਕਰਾਉਣਾ ਪੈਂਦਾ ਤੇ ਲਾਵਾਂ ਗੁਰੂ ਰਾਮਦਾਸ ਜੀ ਦੀਆਂ ਪੜ੍ਹਨੀਆਂ ਹੀ ਪੈਣੀਆਂ ਨੇ, ਆਨੰਦ ਕਾਰਜ ਨਹੀਂ ਹੋਏਗਾ। ਭਾਵੇਂ ਕਿ ਅਸੀਂ ਅੱਜ ਮਨਮਤ ਬਹੁਤ ਕਰਦੇ ਹਾਂ, ਅਸੀਂ ਸਾਰੇ ਕਰਮਕਾਂਡ ਕਰਕੇ ਨਾ ਜੀ, ਮਨਮਤ ਕਰਕੇ ਫਿਰ ਆਪਾਂ ਗੁਰਦੁਆਰੇ ਆ ਕੇ ਆਖਦੇ ਜੀ ਹੁਣ ਆਨੰਦ ਕਾਰਜ ਕਰਵਾ ਲਈਏ। ਗੁਰੂ ਸਾਹਿਬ ਜੀ ਨੇ 4 ਲਾਵਾਂ ਦੀ ਬਾਣੀ ਸਾਡੀ ਝੋਲੀ ਵਿੱਚ ਪਾਈ ਹੀ ਇਸੇ ਵਾਸਤੇ ਸੀ ਵੀ ਸਿੱਖ ਕਰਮਕਾਂਡਾਂ ਦਾ ਸ਼ਿਕਾਰ ਨਾ ਹੋਵੇ। ਸਿੱਖ ਦਾ ਆਨੰਦ ਕਾਰਜ ਹੈ। 4 ਲਾਵਾਂ ਗੁਰੂ ਪਾਤਸ਼ਾਹ ਜੀ ਨੇ ਸਾਡੀ ਝੋਲੀ 'ਚ ਪਾਈਆਂ, ਬਖਸ਼ਿਸ਼ਾਂ ਕੀਤੀਆਂ ਸੂਹੀ ਰਾਗ ਦੇ ਵਿੱਚ। ਆਓ ਉਸ ਗੁਰੂ ਰਾਮਦਾਸ ਮਹਾਰਾਜ ਜੀ ਦੇ ਆਪਾਂ ਜੀਵਨ ਤੋਂ ਅੱਜ ਸੇਧ ਲਈਏ।
ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਸਾਡੇ ਤੇ ਕਿਰਪਾ ਕਰਨ। ਅਸੀਂ ਉਹਨਾਂ ਦੀ ਪਾਵਨ ਬਾਣੀ 30 ਰਾਗਾਂ ਦੇ ਵਿੱਚ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਹੈ ਜੀ ਗੁਰੂ ਰਾਮਦਾਸ ਜੀ ਦੀ, ਆਪਾਂ ਜੀਵਨ ਵਿੱਚ ਧਾਰਨ ਕਰੀਏ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਪੇ ਮੇਲੇ ਵਾਲੀ ਅਵਸਥਾ ਦੇ ਪਾਤਰ ਬਣੀਏ। ਗੁਰੂ ਪਾਤਸ਼ਾਹ ਜੀ ਦੇ ਜੀਵਨ ਨਾਲ ਸੰਬੰਧਿਤ ਭੁੱਲਾਂ ਚੁੱਕ ਵਿਚਾਰਾਂ ਕਰਦਿਆਂ ਭੁੱਲਾਂ ਚੁੱਕਾਂ ਦੀ ਮੁਆਫੀ, ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।